ਪਤਿਤ ਉਬਾਰ। 70 ਕੁ ਸਾਲ ਹੋਏ ਇੱਕ ਸਿੱਖ ਸਰਦਾਰ ਸਜੀਲੇ ਨੌਜਵਾਨ ਆਪਣੀ ਰੋਜ਼ੀ ਦੇ ਚੱਕਰ ਵਿੱਚ ਪ੍ਰਦੇਸ਼ ਚਲੇ ਗਏ। 8-10 ਸਾਲ ਤਾਂ ਆਪਣੇ ਸਿੱਖੀ ਵਿਸ਼ਵਾਸ ਵਿੱਚ ਕਾਇਮ ਰਹੇ, ਪਰ ਫਿਰ ਨਿੱਤ ਦੀ ਅਨਮਤੀ ਸੁਬਤ ਨੇ ਪੈਰ ਥੜਕਾ ਦਿੱਤੇ। ਗੁਰੂ ਕੀ ਮੋਹਰ ਕੇਸ ਵਿਦਾ ਕਰਕੇ ਪਤਿਤ ਹੋ ਗਏ। ਫਿਰ ਜੋ ਘਰ ਚਿੱਠੀ ਆਈ ਉਸ ਵਿੱਚ ਆਪਣੀ ਪਤਿਤ ਸੂਰਤ ਦੀ ਮੂਰਤ ਵੀ ਭੇਜ ਦਿੱਤੀ ਤੇ ਨਾਲ ਲਿਖਿਆ, ਆਪ ਮੇਰੀ ਫੋਟੋ ਵੇਖ ਕੇ ਬੜੇ ਹੈਰਾਨ ਹੋਵੋਗੇ, ਪਰ ਹੈਰਾਨੀ ਦੀ ਕੋਈ ਗੱਲ ਨਹੀਂ। ਜਿਵੇਂ ਜ਼ਮਾਨਾ ਬਦਲ ਰਿਹਾ ਹੈ ਉਸੇ ਤਰ੍ਹਾਂ ਜ਼ਮਾਨੇ ਦੀਆਂ ਜ਼ਰੂਰੀਆਤ ਦੇ ਮੁਤਾਬਕ ਆਪ ਵੀ ਬਦਲ ਜਾਣਾ ਬਿਹਤਰ ਹੈ। ਘਰਦਿਆਂ ਨੂੰ ਇਹ ਪੜ੍ਹਦਿਆਂ ਤੇ ਫੋਟੋ ਦੇਖਦਿਆਂ ਜੋ ਦਸਤਾਰ ਦੀ ਥਾਵੇਂ 16 ਹੈਡ ਵਾਲੀ ਸੀ, ਬੜਾ ਹੀ ਦੁੱਖ ਹੋਇਆ। ਘਰਦਿਆਂ ਦੇ ਲਿਖੇ ਦਾ ਕੋਈ ਅਸਰ ਹੋਣਾ ਅਸੰਭਵ ਹੋਣ ਕਰਕੇ ਪਰਮ ਸਤਿਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਦਰ ਖੜਕਾਇਆ ਤੇ ਬੇਨਤੀ ਕੀਤੀ ਕਿ ਆਪ ਨੇ ਪ੍ਰੋਫੈਸਰ ਪੂਰਨ ਸਿੰਘ ਜੀ ਜੈਸੇ ਪਰਮ ਵਿਦਵਾਨ ਦੀ ਪਤਿਤਾਈ ਨੂੰ ਦੂਰ ਕਰਕੇ ਸਿੰਘ ਸਜਾਇਆ ਸੀ। ਸਾਨੂੰ ਵੀ ਕੋਈ ਰਾਹ ਦੱਸੋ ਤੇ ਕੋਈ ਐਸਾ ਪੱਤਰ ਲਿਖ ਕੇ ਦਿਓ ਜੋ ਅਸੀਂ ਭੇਜੀਏ ਤੇ ਉਹ ਆਪਣੀ ਗਲਤੀ ਅਨੁਭਵ ਕਰਕੇ ਕੇਸ ਧਾਰਨ ਕਰ ਲੈਣ ਤੇ ਸਿੰਘ ਸੱਜ ਜਾਣ। ਭਾਈ ਸਾਹਿਬ ਜੀ ਨੇ ਜੋ ਪੱਤਰ ਲਿਖ ਕੇ ਦਿੱਤਾ ਉਸ ਦਾ ਉਤਾਰਾ ਘਰਦਿਆਂ ਵੱਲੋਂ ਭੇਜਿਆ ਗਿਆ ਤੇ ਉਹਨਾਂ ਦੇ ਵਿਸ਼ਵਾਸ ਮੁਜਬ ਉਸ ਪੱਤਰ ਦਾ ਪੂਰਾ ਅਸਰ ਹੋਇਆ। ਸਰਦਾਰ ਜੀ ਨੇ ਕੇਸ ਰੱਖ ਲੈ, ਸਾਬਤ ਸੂਰਤ ਰਹਿ ਕੇ ਕਈ ਸਾਲ ਪ੍ਰਦੇਸ਼ ਵਿੱਚ ਬਿਤਾ ਕੇ ਉਸੇ ਸਰੂਪ ਵਿੱਚ ਵਾਪਸ ਦੇਸ਼ ਆਏ। ਸਿੱਖੀ ਸਰੂਪ ਵਿੱਚ ਹੀ ਸਤਿਗੁਰੂ ਕੇ ਦੇਸ਼ ਚਲੇ ਗਏ। ਜੋ ਪੱਤਰ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਲਿਖ ਕੇ ਦਿੱਤਾ ਸੀ ਉਹ ਭਾਵੇਂ ਕਿਸੇ ਵੱਲੋਂ ਆਪਣੇ ਸੰਬੰਧੀ ਨੂੰ ਭੇਜਿਆ ਗਿਆ ਸੀ, ਪਰ ਅੱਖਰ ਉਸਦੇ ਭਾਈ ਸਾਹਿਬ ਜੀ ਦੇ ਸਨ, ਇਸ ਲਈ ਉਸਦੇ ਕੁਝ ਅੱਖਰ ਅਸੀਂ ਅੱਗੇ ਦਿੰਦੇ ਹਾਂ। ਹੋ ਸਕਦਾ ਹੈ ਕਿਸੇ ਹੋਰ ਡੋਲੇ ਮਨ ਨੂੰ ਵੀ ਕਦੇ ਤੁਲਾ ਦੇ ਜਾਣ। ਮਾਨਯੋਗ ਸਰਦਾਰ ਜੀਓ, ਆਪ ਦਾ ਪੱਤਰ ਪਹੁੰਚਾ। ਪੜ੍ਹ ਕੇ ਨਿਰੀ ਹੈਰਾਨੀ ਹੀ ਨਹੀਂ ਹੋਈ, ਸਗੋਂ ਦਿਲ ਨੂੰ ਸਖਤ ਠੋਕਰ ਲੱਗੀ ਹੈ। ਜ਼ਮਾਨੇ ਦੀਆਂ ਜ਼ਰੂਰਤਾਂ ਅੱਗੇ ਝੁਕਣਾ ਪਰ ਆਪਣੇ ਆਦਰਸ਼ ਪਰ ਕਾਇਮ ਨਾ ਰਹਿਣਾ, ਇਹ ਇੱਕ ਕਮਜ਼ੋਰੀ ਸੀ ਜੋ ਹਿੰਦੁਸਤਾਨੀਆਂ ਨੇ ਸਦੀਆਂ ਦੀ ਗੁਲਾਮੀ ਵਿੱਚ ਸਿੱਖੀ ਸੀ। ਇਸੇ ਨੇ ਸਰੀਰ ਨੂੰ, ਮਨ ਨੂੰ, ਰੂਹ ਨੂੰ ਕਮਜ਼ੋਰ ਕਰ ਦਿੱਤਾ ਸੀ। ਜ਼ਮਾਨੇ ਦੀ ਜ਼ਰੂਰਤ ਵੇਖ ਕੇ ਗੁਰੂ ਨਾਨਕ ਦੇਵ ਜੀ ਨੇ ਮਾਤਾ ਪਿਤਾ ਵਰਗੇ ਸਤਿਕਾਰਯੋਗ ਸਾਕਾਂ ਦੇ ਅੱਗੇ ਝੁਕਣਾ, ਘਰੋਗੀ ਜੀਵਨ ਗ੍ਰਹਿਣ ਕਰਨਾ ਪਸੰਦ ਨਾ ਕੀਤਾ, ਪਰ ਸੰਸਾਰ ਉਦਾਰ ਦੇ ਧਰਮ ਨੂੰ ਮੁੱਖ ਰੱਖ ਕੇ ਰੋਂਦੇ ਬੱਚੇ ਤੇ ਵਿਲਕਦੀ ਇਸਤਰੀ ਛੋੜ ਪ੍ਰਦੇਸਾਂ ਨੂੰ ਟੁਰ ਗਏ। ਮੱਕੇ ਅੱਗੇ ਨਹੀਂ ਝੁਕੇ, ਮੱਕੇ ਨੂੰ ਆਪਣੇ ਪੈਰਾਂ ਨਾਲ ਫੇਰਿਆ। ਕੌਡੇ ਰਾਖਸ਼ ਤੇ ਤੱਤੇ ਕੜਾਹੇ ਵਿੱਚ ਬੈਠੇ ਪਰ ਉਸ ਅੱਗੇ ਝੁਕੇ ਨਹੀਂ। ਗੁਰੂ ਅੰਗਦ ਦੇਵ ਜੀ ਸਾਹਮਣੇ ਹਿਮਾਯੂ ਤਲਵਾਰ ਸੂਤ ਕੇ ਵਾਰ ਕਰਨ ਲੱਗਾ, ਪਰ ਉਹਨਾਂ ਅੱਖ ਨਹੀਂ ਝੇਪੀ। ਸ੍ਰੀ ਹਜ਼ੂਰ ਪਾਤਸ਼ਾਹ ਸਲਾਮਤ ਕਹਿ ਕੇ ਉਸਦੇ ਚਰਨੀ ਨਹੀਂ ਲੱਗੇ, ਪਰ ਨਹੀਂ ਲੱਗੇ। ਅਕਬਰ ਦੇ ਸੱਦੇ ਅੱਗੇ ਤੀਸਰੇ ਪਾਤਸ਼ਾਹ ਨਹੀਂ ਘਬਰਾਏ। ਹਿੰਦੂਆਂ ਦੇ ਇਸ ਸ਼ਿਕਵੇ ਤੇ ਕਿ ਪੁਰਾਣੇ ਤਰੀਕੇ ਫਿਰ ਤੋਂ ਜਾਰੀ ਕਰਵਾਓ, ਨਹੀਂ ਚੁੱਕੇ। ਜ਼ਮਾਨਾ ਪਿੱਟਦਾ ਰਹੇ ਪਰ ਆਪਣੇ ਅਸੂਲ ਤੇ ਖੜੇ ਰਹੇ। ਪੰਜਵੇਂ ਸਤਿਗੁਰਾਂ ਲਈ ਤੁਹਾਡੇ ਕਹੇ ਮੂਜਬ ਚੰਦੂ ਅੱਗੇ ਝੁਕ ਜਾਣਾ ਤੇ ਪਾਤਸ਼ਾਹ ਦਾ ਕਿਹਾ ਮੰਨ ਲੈਣਾ ਕਿ ਹਜ਼ਰਤ ਮੁਹੰਮਦ ਦੀ ਮਹਿਮਾ ਗੁਰੂ ਗ੍ਰੰਥ ਸਾਹਿਬ ਵਿੱਚ ਪਾ ਦਿਆਂਗੇ। ਮਸਲੀਹਤ ਵਕਤ ਸੀ, ਪਰ ਅਸੂਲ ਦੇ ਪਿਆਰਿਆਂ ਨੇ ਅਸੂਲ ਨਾ ਛੱਡਿਆ ਤੇ ਤੱਤ ਤਵਿਆਂ ਤੇ ਬੈਠੇ ਤੱਤੇ ਰੇਤੇ ਪਵਾ ਕੇ ਸਰੀਰ ਤਿਆਗ ਦਿੱਤਾ ਤੇ ਸਾਨੂੰ ਇਹ ਸਬਕ ਸਿਖਾਇਆ ਕਿ ਅਸੂਲ ਲਈ ਜਾਨ ਦੇਣੀ ਹੈ ਪਰ ਝੁਕਣਾ ਨਹੀਂ। ਛੇਵੇਂ ਪਾਤਸ਼ਾਹ ਵੇਲੇ ਝਗੜਾ ਬਾਜ ਤੋਂ ਹੋਇਆ। ਗੇਮ ਦੇ ਲਾਜ਼ ਇਹ ਸਨ ਕਿ ਖੁੱਲੇ ਬਾਜ ਨੂੰ ਜੋ ਫੜ ਲੈ ਉਹ ਉਸਦਾ। ਬਾਦਸ਼ਾਹ ਕਹੇ ਕਿ ਬਾਜ ਮੇਰਾ ਹੈ, ਗੇਮ ਦੇ ਲਾਭ ਮੈਂ ਤੋੜਦਾ ਹਾਂ। ਆਪ ਨੇ ਕਿਹਾ ਅਸੂਲ ਤੇ ਅਸੀਂ ਕਾਇਮ ਹਾਂ ਤੇ ਬੇਅਸੂਲੇ ਅੱਗੇ ਨਹੀਂ ਝੁਕਾਂਗੇ। ਸੋ ਖੰਡਾ ਖੜਕਾ ਕੇ ਜੰਗ ਕੀਤਾ ਪਰ ਸੁਰਤ ਨੂੰ ਕਾਇਮ ਰੱਖਣਾ ਸਿਖਾਇਆ। ਇਸੇ ਤਰ੍ਹਾਂ 10ਵੇਂ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਾ ਕੇ ਸਾਨੂੰ ਉੱਚ ਸੁਰਤੇ ਕੀਤਾ, ਆਜ਼ਾਦ ਸੁਰਤ ਬਖਸ਼ੀ, ਫਿਰ ਤਲਵਾਰ ਨਾਲ ਦੇਸ਼ ਦੀ ਗੁਲਾਮੀ ਕੱਟਣੀ ਸਿਖਾਈ। ਖਾਲਸੇ ਨੂੰ ਆਈਡੀਅਲ ਮੈਨ ਬਣਾਇਆ। ਖਾਲਸਾ ਇੱਕ ਟਾਈਪ ਗੁਰੂ ਜੀ ਨੇ ਕ੍ਰੀਏਟ ਕੀਤਾ ਮੁਕੰਮਲ ਇਨਸਾਨ ਦਾ। ਅੰਦਰ ਇਸ ਦੇ ਹਰਦਮ ਸਾਈਂ ਨਾਲ ਮੇਲ ਬਖਸ਼ਾ, ਇਖਲਾਕ ਉੱਚਾ ਕੀਤਾ, ਇਨਸਾਨੀ ਹਮਦਰਦੀ ਭਰੀ। ਬਾਹਰ ਆਨ ਬਾਨ ਤੇ ਸ਼ਾਨ ਦੇ ਜਜ਼ਬੇ ਵਾਲੀ ਸੂਰਤ ਬਖਸ਼ੀ ਜਿਸ ਵਿੱਚ ਰੋਬ ਤੇ ਆਜ਼ਾਦੀ ਦੇ ਤੌਰ ਦਿਸਣ। ਇਸ ਨੂੰ ਕਿਸੇ ਲੋੜ ਅੱਗੇ ਝੁਕਾਉਣਾ, ਬਦਲਣਾ, ਅਸੂਲ ਤੋੜਨਾ, ਉਸ ਉੱਚੇ ਆਦਰਸ਼ ਨੂੰ ਗਿਰਾਉਣਾ ਹੈ। ਮੇਰਾ ਇਹ ਲਿਖਣਾ ਗੁਸਤਾਖੀ ਹੈ, ਪਰ ਸਾਨੂੰ ਸਾਰੇ ਪਰਿਵਾਰ ਨੂੰ ਡਾਢਾ ਸਦਮਾ ਗੁਜ਼ਰਿਆ ਹੈ। ਕਲੇਜੇ ਘਾਉ ਲੱਗਾ ਹੈ। ਕਈ ਦਿਨ ਉਦਾਸੀ ਤੇ ਦਿਲ ਤੰਗੀ ਰਹੀ ਹੈ। ਖਤ ਲਿਖਣੋਂ ਚਿੱਤ ਸਿਰ ਫੇਰਦਾ ਰਿਹਾ। ਖਿਮਾ ਕਰਨੀ ਤੁਸਾਂ ਨਾਲ ਡੂੰਘਾ ਪਿਆਰ ਹੋਣ ਕਰਕੇ ਉਹ ਦੁੱਖ ਹੋਇਆ ਹੈ ਜੋ ਸਾਡੀ ਕਿਸੇ ਵੱਡੀ ਤੋਂ ਵੱਡੀ ਪੀੜਾ ਨੂੰ ਸੁਣ ਕੇ ਸਾਨੂੰ ਹੁੰਦਾ। ਮਸਲਿਹਤ ਵਕਤ ਤੇ ਜ਼ਮਾਨੇ ਦੀ ਲੋੜ ਅੱਗੇ ਭਾਈ ਤਾਰੂ ਸਿੰਘ, ਸੁਬੇਗ ਸਿੰਘ, ਸ਼ਹਿਬਾਜ਼ ਸਿੰਘ, ਭਾਈ ਮਨੀ ਸਿੰਘ ਜੀ ਨਹੀਂ ਸਨ ਝੁਕਣਾ ਜਾਣਦੇ। ਕਿਉਂ ਸਭ ਨੇ ਸੀਸ ਦਿੱਤੇ ਤੇ ਦੁੱਖ ਪਾਏ ਪਰ ਨਹੀਂ ਝੁਕੇ। ਭਾਈ ਤਾਰੂ ਸਿੰਘ ਜੀ ਦੀ ਖੋਪਰੀ ਖੱਲ ਉਖੇੜੀ ਗਈ ਪਰ ਉਹਨਾਂ ਨੇ ਕੇਸ ਨਹੀਂ ਉਤਰਵਾਏ।
ਤੁਸਾਂ ਇਹਨਾਂ ਪਵਿੱਤਰ ਕੇਸਾਂ ਨੂੰ ਅੱਜ ਕੱਲ੍ਹ ਦੇ ਆਰਿਆਂ ਵਾਂਗੂ ਵਾਲਾਂ ਦਾ ਸਵਾਲ ਸਮਝਿਆ ਹੈ, ਪਰ ਇਹ ਮਹਾਨ ਗੰਭੀਰ ਅਸੂਲ ਦੀਆਂ ਬਾਤਾਂ ਹਨ। ਸਿੱਖ ਕੇਸਾਂ ਤੋਂ ਜੁਦਾ ਹੋ ਕੇ ਤੜਕ ਹਿੰਦੂ ਹੋ ਜਾਂਦਾ ਹੈ। ਉਹ ਸ਼ਾਨਦਾਰ ਜਿਸ ਦਾ ਮਾਲਕ ਹਰ ਸਿੱਖ ਹੈ ਗਵਾ ਬੈਠਦਾ ਹੈ। ਸਤਿਗੁਰੂ ਨੇ ਵੀ ਇੱਕ ਦਿਨ ਕਿਹਾ ਸੀ, ਮੈਂ ਤੁਹਾਨੂੰ ਸ਼ੇਰ ਬਣਾਇਆ ਹੈ, ਵੇਖਣਾ ਸ਼ੇਰਪੁਣੇ ਨੂੰ ਖੂਹ ਨਾ ਬੈਠਣਾ। ਅੰਗਰੇਜ਼ ਹਿੰਦ ਵਿੱਚ 3 ਸਦੀਆਂ ਤੋਂ ਹਨ। ਇਹਨਾਂ ਜ਼ਮਾਨੇ ਦੀ ਲੋੜ ਨੂੰ ਵੇਖ ਕੇ ਟੋਪੀ ਦੀ ਥਾਂ ਬੱਗ ਨਹੀਂ ਬੱਧੀ। ਸਾਨੂੰ ਇੱਕ ਸਲੇਵ ਨੇਸ਼ਨ ਨੂੰ ਕੀ ਮਾਰ ਵਗੀ ਹੋਈ ਹੈ ਕਿ ਪਠਾਨ ਆਏ ਤੇ ਫਰਗਲ ਤੇ ਚੁਗੇ ਪਾ ਲੈ, ਦਾੜੀਆਂ ਸ਼ਰਈ ਕਰ ਲਈਆਂ। ਅੰਗਰੇਜ਼ ਆਏ ਤਾਂ 16 ਹੈ ਡਾਂਟ ਲੈ। ਇਹ ਮਸਲੀਹਤ ਵਕਤ ਨਹੀਂ, ਇਹ ਸਾਡੀ ਸਲੇਵ ਮੈਂਟੈਲਿਟੀ ਹੈ ਜਿਸ ਤੋਂ ਸਤਿਗੁਰਾਂ ਨੇ ਸਾਨੂੰ ਚਾਹਿਆ ਸੀ ਤੇ ਪਹਿਲਾਂ ਸੁਰਤ ਆਜ਼ਾਦ ਕਰਕੇ ਫਿਰ ਪੰਜਾਬ ਆਜ਼ਾਦ ਕਰਾ ਦਿੱਤਾ ਸੀ। ਪਰ ਡੋਗਰਿਆਂ ਦੀ ਸੋਭਤ ਤੇ ਦਰਬਾਰ ਵਿੱਚ ਆ ਵੜਨ ਤੇ ਮੁੜ ਸਾਨੂੰ ਖੁਦਗਰਜੀ ਸਿਖਾ ਕੇ ਲੜਾਇਆ ਤੇ ਗੁਲਾਮੀ ਦੀ ਰੂਹ ਫੂਕੀ। ਤਰਸ ਕਰੋ ਸਾਡੇ ਉੱਤੇ ਤੇ ਆਪਣੇ ਬਿਰਧ ਮਾਤਾ ਉੱਤੇ ਤੇ ਆਪਣੇ ਆਪ ਉੱਤੇ, ਕੇਸ ਰੱਖ ਕੇ ਸਾਬਤ ਸੂਰਤ ਸਾਨੂੰ ਆ ਕੇ ਦੀਦਾਰੇ ਬਖਸ਼ੋ। ਅਸੀਂ ਕਿੰਨੇ ਕੁ ਦੁਖੀ ਹੋਏ ਹਾਂ ਆਪ ਦੀ ਮੂਰਤ ਵੇਖ ਕੇ, ਤੇ ਆਪ ਸੋਚ ਲਵੋ ਸੂਰਤ ਵੇਖ ਕੇ ਕਿੰਨੇ ਵਧੀਕ ਹੋਵਾਂਗੇ। ਮੇਰੇ ਇਹ ਹਰਫ ਪਿਆਰ ਤੇ ਰੰਜ ਦੇ ਸਮਝਣੇ, ਗੁਸਤਾਖੀ ਨਾ ਸਮਝਣੀ। ਜੇ ਰਤਾ ਵੀ ਤੁਸਾਂ ਨੂੰ ਅਸਾਂ ਨਾਲ ਪਿਆਰ ਹੈ ਤਾਂ ਸੱਚੇ ਸਤਿਗੁਰਾਂ ਨਾਲ ਨਾਤਾ ਨਾ ਤੋੜੋ। ਹੁਣ ਤਾਂ ਪਰਦੇਸ ਵਿੱਚ ਸ਼ਰਮ ਆਈ ਹੈ, ਜਿਸ ਵੇਲੇ ਅਰਸ਼ਾਂ ਵਿੱਚ ਜਾ ਕੇ ਲਾਜ ਆਈ ਅਸੀਂ ਕੀ ਕਰਾਂਗੇ। ਤਬ ਕੁਲ ਕਿਸ ਕਾ ਲਾਜ ਸੀ, ਜਬ ਲੈ ਧਰੇ ਮਸਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।